23 ਨਵੰਬਰ 1940 ਦਾ ਇੱਕ ਆਮ ਦਿਨ ਸੀ। ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿੱਚ ਲੀ ਹੁਈ ਚਿਊਨ ਦੇ ਘਰ ਇੱਕ ਮੁੰਡੇ ਦਾ ਜਨਮ ਹੋਇਆ, ਜਿਹੜੀ ਲੋਕਾਂ ਲਈ ਇੱਕ ਆਮ ਗੱਲ ਸੀ। ਪਰ ਕੋਈ ਨਹੀਂ ਸੀ ਜਾਣਦਾ ਕਿ ਇਹ ਬੱਚਾ ਤਾਰੀਖ ਰਕਮ ਕਰੇਗਾ, ਜਿਹਦੇ ਇੱਕ ਮੁੱਕੇ ਦੀ ਤਾਕਤ ਦੀ ਗ੍ਰੇਟ ਮੁਹੰਮਦ ਅਲੀ ਦੇ ਮੁੱਕੇ ਦੇ ਬਰਾਬਰ ਹੋਵੇਗੀ। ਮਾਰਸ਼ਲ ਆਰਟਸ ਦੀ ਪਹਿਚਾਣ ਬਰੂਸ ਲੀ ਕਿੰਜ ਬਣਿਆ ਦੀ ਗ੍ਰੇਟ ਬਰੂਸ ਲੀ, ਇਹ ਤੁਹਾਨੂੰ ਅਸੀਂ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਵਸੀ अब्बास ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਬਰੂਸ ਲੀ ਦਾ ਅਸਲੀ ਨਾਮ ਲੀ ਜੁਨ ਫੈਨ ਸੀ। ਬਰੂਸ ਲੀ ਨੂੰ ਬਚਪਨ ਤੋਂ ਹੀ ਮਾਰਸ਼ਲ ਆਰਟ ਸਿੱਖਣ ਦਾ ਸ਼ੌਕ ਸੀ। ਬਰੂਸ ਲੀ ਦੇ ਵਾਲਿਦ ਇੱਕ ਅਦਾਕਾਰ ਬਣਨਾ ਚਾਹੁੰਦੇ ਸੀ, ਪਰ ਇੰਨੀ ਮਿਹਨਤ ਦੇ ਬਾਵਜੂਦ ਉਹ ਸਿਰਫ ਇੱਕ ਸਟੇਜ ਐਕਟਰ ਹੀ ਰਹਿ ਗਏ। ਬਰੂਸ ਲੀ ਦੇ ਵਾਲਿਦ ਆਪਣਾ ख्वाब ਤੇ ਪੂਰਾ ਨਹੀਂ ਕਰ ਸਕੇ, ਪਰ ਉਹਨਾਂ ਨੇ ਬਰੂਸ ਲੀ ਨੂੰ ਅਦਾਕਾਰ ਬਣਾਉਣ ਦਾ ਮਜ਼ਬੂਤ ਇਰਾਦਾ ਕਰ ਲਿਆ। ਬਰੂਸ ਲੀ ਦਾ ਵਜ਼ਨ 63 ਕਿਲੋ ਤੇ ਕੱਦ 5 ਫੁੱਟ 7 ਇੰਚ ਸੀ। ਉਹ ਆਪਣੇ ਫਨ ਦਾ ਇਸ ਕਦਰ ਮਾਹਰ ਸੀ ਕਿ 1 ਇੰਚ ਦੇ ਫਾਸਲੇ ਤੋਂ ਮੁੱਕਾ ਮਾਰ ਕੇ ਤਖਤਾ ਤੋੜ ਦਿੰਦਾ ਸੀ। ਬਰੂਸ ਲੀ ਸਿਰਫ 32 ਸਾਲ ਦੀ ਉਮਰ ਤੱਕ ਜ਼ਿੰਦਾ ਰਿਹਾ, ਪਰ ਉਹ ਲੋਕਾਂ ਦੇ ਦਿਲਾਂ 'ਚ ਅਜੇ ਵੀ ਕਿਉਂ ਜ਼ਿੰਦਾ ਹੈ? 5.5 ਫੁੱਟ ਦਾ ਇਹ ਬੰਦਾ ਆਪਣੇ ਜੁੱਸੇ ਦੇ ਲਿਹਾਜ਼ ਨਾਲ ਲੋਹਾ ਸੀ। ਬਰੂਸ ਲੀ ਮਾਰਸ਼ਲ ਆਰਟਸ ਦੂਸਰੀ ਜੰਗ ਅਜ਼ੀਮ 'ਚ ਆਇਆ, ਜਦੋਂ ਹਾਂਗਕਾਂਗ ਦਾ ਹਰ ਨੌਜਵਾਨ ਫੌਜੀ ਟ੍ਰੇਨਿੰਗ ਲਈ ਮਾਰਸ਼ਲ ਆਰਟ ਸਿੱਖ ਰਿਹਾ ਸੀ। ਬਰੂਸ ਲੀ ਦੇ ਵਾਲਿਦ ਨੇ ਬਰੂਸ ਲੀ ਨੂੰ ਮਾਰਸ਼ਲ ਆਰਟ ਸਿਖਾਉਣ ਦਾ ਫੈਸਲਾ ਕੀਤਾ। ਬਰੂਸ ਲੀ ਦੇ ਇੱਕ ਦੋਸਤ ਨੇ ਬਰੂਸ ਲੀ ਨੂੰ ਮਾਸਟਰ ਇਪ ਮੈਨ ਨਾਲ ਮਿਲਾਇਆ। ਮਾਸਟਰ ਇਪ ਮੈਨ ਵਿੰਗ ਚੁਨ ਮਾਸਟਰ ਸੀਗੇ। ਵਿੰਗ ਚੁਨ ਮਾਰਸ਼ਲ ਆਰਟਸ ਦੀ ਇੱਕ ਕਿਸਮ ਹੈ। ਬਰੂਸ ਲੀ ਦੇ ਉਸਤਾਦ ਇਪ ਮੈਨ ਬਰੂਸ ਲੀ ਦੇ ਅੰਦਰ ਲੁਕੀਆਂ ਹੋਈਆਂ ਸਲਾਹੀਅਤਾਂ ਨੂੰ ਜਾਣ ਗਏ ਸੀ। ਉਹਨਾਂ ਨੇ ਕੁਝ ਹੀ ਸਾਲਾਂ 'ਚ ਬਰੂਸ ਲੀ ਨੂੰ ਬਿਹਤਰੀਨ ਮਾਰਸ਼ਲ ਆਰਟਸ ਦਾ ਖਿਡਾਰੀ ਬਣਾ ਦਿੱਤਾ। ਬਰੂਸ ਲੀ ਦੀ ਹੁਣ ਆਏ ਦਿਨ ਕਿਸੇ ਨਾਲ ਲੜਾਈ ਹੁੰਦੀ ਰਹਿੰਦੀ ਸੀ। ਮੁਸਲਸਲ ਲੜਾਈ ਝਗੜਿਆਂ ਦੀ ਵਜ੍ਹਾ ਤੋਂ ਬਰੂਸ ਲੀ ਦੇ ਵਾਲਿਦ ਨੇ ਬਰੂਸ ਲੀ ਨੂੰ ਅਮਰੀਕਾ ਆਪਣੇ ਇੱਕ ਦੋਸਤ ਕੋਲ ਘੱਲ ਦਿੱਤਾ, ਜਿੱਥੇ ਬਰੂਸ ਲੀ ਸੁਬਾਹ ਵੇਲੇ ਪੜ੍ਹਨ ਜਾਂਦਾ ਸੀ ਤੇ ਸ਼ਾਮ ਨੂੰ ਉਹਦੇ ਹੀ ਹੋਟਲ 'ਚ ਮੁਲਾਜ਼ਮਤ ਕਰਦਾ ਸੀ। ਬਰੂਸ ਲੀ ਨੇ ਅਮਰੀਕਾ 'ਚ ਆਪਣੀ ਇੱਕ ਮਾਰਸ਼ਲ ਆਰਟਸ ਅਕੈਡਮੀ ਵੀ ਬਣਾਈ। ਬਰੂਸ ਲੀ ਨੇ ਬਾਕਸਿੰਗ, ਮਾਰਸ਼ਲ ਆਰਟਸ ਤੇ ਹੋਰ ਵੀ ਮੁਖਤਲਿਫ ਫਾਈਟਾਂ ਨੂੰ ਮਿਲਾ ਕੇ ਇੱਕ ਐਸੀ ਕਲਾ ਇਜਾਦ ਕੀਤੀ ਜਿਹਦਾ ਨਾਮ ਜੀਤ ਕੁੰਡੋ ਸੀ। ਬਰੂਸ ਲੀ 1 ਘੰਟਾ ਮਾਰਸ਼ਲ ਆਰਟ ਸਿਖਾਉਣ ਦਾ $2500 ਲੈਂਦਾ ਸੀ। ਅਕੈਡਮੀ 'ਚ ਬਰੂਸ ਲੀ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ, ਜਿਹਦਾ ਨਾਮ ਲਿੰਡਾ ਸੀ। ਦੋਨਾਂ ਘਰ ਵਾਲਿਆਂ ਦੀ ਮੁਖਾਲਫਤ ਦੀ ਵਜ੍ਹਾ ਤੋਂ ਉਹਨਾਂ ਦੋਵਾਂ ਨੇ ਲੁੱਕ ਕੇ ਵਿਆਹ ਕਰ ਲਿਆ। ਪਰ ਉਹ ਇਹ ਨਹੀਂ ਸੀ ਜਾਣਦੇ ਕਿ ਮੈਰਿਜ ਸਰਟੀਫਿਕੇਟ ਲੈਣ ਤੋਂ ਇੱਕ ਦਿਨ ਪਹਿਲੇ ਇਹ ਖਬਰ ਅਖਬਾਰ 'ਚ ਵੀ ਛਪਦੀ ਏ। ਕੁਝ ਅਰਸੇ ਬਾਅਦ ਦੋਨਾਂ ਦੇ ਘਰ ਵਾਲਿਆਂ ਨੇ ਇਸ ਰਿਸ਼ਤੇ ਨੂੰ ਮੰਨ ਲਿਆ। ਬਰੂਸ ਲੀ ਦਾ ਅਸਲ ਫਨ 1964 'ਚ ਅਮਰੀਕਾ ਦੇ ਮਸ਼ਹੂਰ ਲੌਂਗ ਬੀਚ ਕਰਾਟੇ ਟੂਰਨਾਮੈਂਟ ਵਿੱਚ ਨਜ਼ਰ ਆਇਆ, ਜਦੋਂ ਉਹਨਾਂ ਨੇ 1 ਇੰਚ ਪੰਚ ਤੇ ਇੱਕ ਉਂਗਲੀ ਦੇ ਉੱਤੇ ਪੁਸ਼ਅਪ ਲਾ ਕੇ ਲੋਕਾਂ ਨੂੰ ਹੈਰਤ 'ਚ ਪਾ ਦਿੱਤਾ। ਉਸੇ ਟੂਰਨਾਮੈਂਟ ਵਿੱਚ ਫੌਕਸ ਸਟੂਡੀਓਜ਼ ਦਾ ਬੰਦਾ ਵੀ ਬੈਠਾ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਉਹ ਬੰਦਾ ਵਾਪਸ ਫੌਕਸ ਸਟੂਡੀਓਜ਼ ਗਿਆ ਤੇ ਉਹਨਾਂ ਨੂੰ ਇਹਦੇ 1 ਇੰਚ ਪੰਚ ਤੇ ਇੱਕ ਉਂਗਲੀ ਦੇ ਉੱਤੇ ਪੁਸ਼ਅਪ ਲਾਉਣ ਵਾਲੀ ਗੱਲ ਦੱਸੀ, ਜਿਹਦੇ ਤੋਂ ਬਰੂਸ ਲੀ ਦਾ ਨਾਮ ਕੁਝ ਫਿਲਮੀ ਪ੍ਰੋਡਿਊਸਰਸ ਵਿੱਚ ਵੀ ਬਣ ਗਿਆ। ਫਿਰ ਬਰੂਸ ਲੀ ਨੂੰ ਇੱਕ ਫਿਲਮ ਦੀ ਆਫਰ ਆਈ, ਜਿਹਦਾ ਨਾਮ ਸੀ ਦ ਗ੍ਰੀਨ ਹਾਰਨਟ, ਜਿਹਦੇ ਵਿੱਚ ਬਰੂਸ ਲੀ ਨੇ ਕੈਟੋ ਨਾਂ ਦੇ ਸਾਈਡ ਹੀਰੋ ਦਾ ਰੋਲ ਅਦਾ ਕੀਤਾ। ਫਿਲਮ ਦੇ ਐਂਡ ਤੇ ਬਰੂਸ ਲੀ ਨੂੰ ਰੌਬਿਨ ਨਾਮੀ ਕਿਰਦਾਰ ਨਾਲ ਲੜਾਈ ਹਾਰਨੀ ਸੀ, ਪਰ ਬਰੂਸ ਲੀ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਰੌਬਿਨ ਨਾਮ ਦੇ ਕਿਰਦਾਰ ਨੂੰ ਰੀਅਲ 'ਚ ਚੈਲੰਜ ਕਰ ਦਿੱਤਾ। ਡਾਇਰੈਕਟਰਾਂ ਨੇ ਕਹਾਣੀ ਇੱਧਰ ਉੱਧਰ ਕਰਕੇ ਬਰੂਸ ਲੀ ਨੂੰ ਇਹ ਲੜਾਈ ਜਿਤਾ ਦਿੱਤੀ, ਪਰ ਪਿਛਲੀ ਕਹਾਣੀ ਅਗਲੀ ਕਹਾਣੀ ਨਾਲ ਮਿਲਣ ਨਹੀਂ ਸੀ ਡਈ, ਜਿਹਦੀ ਵਜ੍ਹਾ ਤੋਂ ਫਿਲਮ ਫਲॉप ਹੋ ਗਈ। ਪਰ ਬਰੂਸ ਲੀ ਨੇ ਹਿੰਮਤ ਨਹੀਂ ਹਾਰੀ। ਕੁਝ ਅਰਸੇ ਬਾਅਦ ਹਾਲੀਵੁੱਡ ਨੇ ਚੰਗੇਜ਼ ਖਾਨ ਨਾਮੀ ਫਿਲਮ ਰਿਲੀਜ਼ ਕੀਤੀ, ਜਿਹਦੇ ਵਿੱਚ ਕਿਸੇ ਚਾਈਨੀਜ਼ ਜਾਂ ਮੰਗੋਲ ਕਿਰਦਾਰ ਨੂੰ ਨਹੀਂ ਬਲਕਿ ਗੋਰੇ ਨੂੰ ਹੀ ਮੇਕਅਪ ਕੀਤਾ ਸੀ, ਕਿਉਂਕਿ ਅਮਰੀਕਨ ਕਿਸੇ ਵੀ ਏਸ਼ੀਅਨ ਬੰਦੇ ਨੂੰ ਹੀਰੋ ਦੇ ਤੌਰ ਤੇ ਨਹੀਂ ਸੀ ਲੈਂਦੇ, ਜਿਹਦੀ ਵਜ੍ਹਾ ਤੋਂ ਬਰੂਸ ਲੀ ਵਾਪਸ ਹਾਂਗਕਾਂਗ ਆ ਗਿਆ। ਹਾਂਗਕਾਂਗ ਦੇ ਵਿੱਚ ਹਰ ਬੰਦਾ ਇਹਨੂੰ ਕੈਟੋ ਨਾਮ ਤੋਂ ਜਾਣਦਾ ਸੀ। ਗੋਲਡਨ ਹਾਰਵੈਸਟ ਨੇ ਬਰੂਸ ਲੀ ਦੀ ਫਿਸਟ ਆਫ ਫਿਊਰੀ ਦੇ ਨਾਂ ਤੋਂ ਇੱਕ ਫਿਲਮ ਰਿਲੀਜ਼ ਕੀਤੀ, ਜਿਹਨੇ ਪੂਰੀ ਦੁਨੀਆ 'ਚ ਮਕਬੂਲੀਅਤ ਦੇ ਰਿਕਾਰਡ ਤੋੜ ਦਿੱਤੇ। ਬਰੂਸ ਲੀ ਦੀ ਜ਼ਿੰਦਗੀ ਉਦੋਂ ਬਦਲੀ ਜਦੋਂ ਹਾਲੀਵੁੱਡ ਤੇ ਚੀਨ ਦੀ ਸ਼ਰਾਕਤ ਦੇ ਨਾਲ ਇੰਟਰ ਦੀ ਡਰੈਗਨ ਫਿਲਮ ਬਣੀ, ਜਿਹਨੇ ਮਕਬੂਲੀਅਤ ਦੇ ਪੂਰੀ ਦੁਨੀਆ 'ਚ ਸਾਰੇ ਰਿਕਾਰਡ ਤੋੜ ਦਿੱਤੇ। ਬਰੂਸ ਲੀ ਨਾ ਸਿਰਫ ਇੱਕ ਅੱਛਾ ਮਾਰਸ਼ਲ ਆਰਟਿਸਟ ਸੀ, ਬਲਕਿ ਇੱਕ ਅੱਛਾ ਡਾਂਸਰ ਵੀ ਸੀ। ਇੱਕ ਖਤਰਨਾਕ ਮਾਰਸ਼ਲ ਆਰਟਿਸਟ ਹੋਣ ਦੇ ਬਾਵਜੂਦ ਬਰੂਸ ਲੀ ਨੂੰ ਤੈਰਾਕੀ ਨਹੀਂ ਸੀ ਆਉਂਦੀ। ਬਰੂਸ ਲੀ ਰੋਜ਼ਾਨਾ 5000 ਮੁੱਕੇ, 1000 ਕਿੱਕਾਂ, 8 ਕਿਲੋਮੀਟਰ ਦੀ ਰਨਿੰਗ ਤੇ 15 ਕਿਲੋਮੀਟਰ ਰੋਜ਼ਾਨਾ ਸਾਈਕਲ ਚਲਾਉਂਦਾ ਸੀ। ਬਰੂਸ ਲੀ ਇੱਕ ਵਾਰੀ ਐਕਸਰਸਾਈਜ਼ ਕਰ ਰਿਹਾ ਸੀਗਾ ਤੇ ਉਹਦੇ ਮੋਢੇ ਹਿੱਲ ਗਏ। ਬਰੂਸ ਲੀ ਨੂੰ ਜਲਦ ਤੋਂ ਜਲਦ ਹਾਂਗਕਾਂਗ ਦੇ ਇੱਕ ਹਸਪਤਾਲ ਵਿੱਚ ਲਿਆਇਆ ਗਿਆ ਤੇ ਡਾਕਟਰਾਂ ਨੇ ਉਹਨੂੰ ਕਿਹਾ ਕਿ ਤੂੰ ਕਦੀ ਵੀ ਮਾਰਸ਼ਲ ਆਰਟਸ ਨਹੀਂ ਕਰ ਸਕੇਗਾ। ਪਰ ਇਸ਼ਕ ਤੇ ਜਨੂਨ
ਪਹਾੜ ਚੀੜ ਦਿੰਦਾ ਹੈ, ਪੱਥਰਾਂ 'ਚੋਂ ਪਾਣੀ ਕੱਢ ਦਿੰਦਾ ਹੈ। ਇਹਦੀ ਇੱਕ ਮਿਸਾਲ ਬਰੂਸ ਲੀ ਹੈ। ਉਹਨੇ ਡਾਕਟਰਾਂ ਦੀ ਗੱਲ ਇੱਕ ਕੰਨ 'ਚ ਸੁਣੀ ਤੇ ਦੂਜੇ 'ਚੋਂ ਕੱਢਤੀ। ਉਹਨੇ ਆਪਣੀ ਐਕਸਰਸਾਈਜ਼ ਫੇਰ ਸ਼ੁਰੂ ਕੀਤੀ ਤੇ ਬਰੂਸ ਲੀ ਜਲਦ ਤੋਂ ਜਲਦ ਠੀਕ ਹੋ ਗਿਆ। ਅੱਜ ਤੱਕ ਕੋਈ ਵੀ ਬੰਦਾ 1 ਇੰਚ ਦੇ ਫਾਸਲੇ ਤੋਂ ਮੁੱਕਾ ਨਹੀਂ ਮਾਰ ਸਕਿਆ। ਬਰੂਸ ਲੀ ਦਾ ਮੁੱਕਾ ਇੰਨਾ ਤੇਜ਼ ਸੀ ਕਿ ਕੈਮਰਾ ਵੀ ਉਹਨੂੰ ਵਾਜ਼ਿਆ ਨਹੀਂ ਸੀ ਵਿਖਾ ਸਕਦਾ, ਜਿਹਦੀ ਵਜ੍ਹਾ ਤੋਂ ਬਰੂਸ ਲੀ ਨੂੰ ਸਲੋ ਮੁੱਕਾ ਮਾਰਨਾ ਪੈਂਦਾ ਸੀ। ਬਰੂਸ ਲੀ ਨਾਨਚਾਕੂ ਦਾ ਇੰਨਾ ਮਾਹਰ ਸੀ ਕਿ ਨਾਨਚਾਕੂ ਨਾਲ ਟੇਬਲ ਟੈਨਿਸ ਖੇਡਦਾ ਸੀ। ਉਹ ਸ਼ਾਇਰ ਵੀ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨਾ ਹਸਾਸ ਸੀ। 10 ਮਈ 1973 ਨੂੰ ਬਰੂਸ ਲੀ ਦੇ ਸਿਰ 'ਚ ਦਰਦ ਹੋਈ। ਉਹਨੂੰ ਹਾਂਗਕਾਂਗ ਦੇ ਬੈਪਟਿਸਟ ਹਸਪਤਾਲ ਲਿਜਾਇਆ ਗਿਆ। ਉੱਥੇ ਪਤਾ ਲੱਗਿਆ ਬਰੂਸ ਲੀ ਇੱਕ ਬਿਮਾਰੀ 'ਚ ਮੁਬਤਲਾ ਹੋ ਗਿਆ ਹੈ, ਜਿਹਦਾ ਨਾਮ ਸੈਰੀਬਲ ਐਡੀਮਾ ਹੈ। ਇਸ ਬਿਮਾਰੀ 'ਚ ਇਨਸਾਨ ਦੇ ਦਿਮਾਗ ਦਾ ਸਾਈਜ਼ ਕੁਝ ਵੱਡਾ ਹੋ ਜਾਂਦਾ ਹੈ। 20 ਜੁਲਾਈ 1973 ਨੂੰ ਬਰੂਸ ਲੀ ਨੇ ਅਦਾਕਾਰ ਜਾਰਜ ਲਜ਼ਨਬੀ ਦੇ ਨਾਲ ਫਿਲਮ ਬਣਾਉਣ ਦਾ ਇਰਾਦਾ ਕੀਤਾ। ਸਵੇਰ 4 ਵਜੇ ਤੱਕ ਬਰੂਸ ਲੀ ਇਸ ਫਿਲਮ ਦਾ ਸਕ੍ਰਿਪਟ ਲਿਖਦਾ ਰਿਹਾ। ਬਰੂਸ ਲੀ ਦੀ ਬੁੱਢੀ ਲਿੰਡਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਕਿ ਬਰੂਸ ਲੀ ਨੇ 2 ਵਜੇ ਪ੍ਰੋਡਿਊਸਰ ਰੈਮੰਡ ਚਾਹ ਨਾਲ ਮੁਲਾਕਾਤ ਕਰਨੀ ਸੀ। ਪ੍ਰੋਡਿਊਸਰ ਰੈਮੰਡ ਚਾਹ ਤੇ ਬਰੂਸ ਲੀ ਅਦਾਕਾਰਾ ਬੈਟੀ ਪੀ ਟਿੰਗ ਦੇ ਘਰ ਚਲੇ ਗਏ। ਤਿੰਨੇ ਸ਼ਾਮ ਤੱਕ ਇਸ ਫਿਲਮ ਦੇ ਸਕ੍ਰਿਪਟ ਦੇ ਬਾਰੇ ਗੱਲ ਕਰਦੇ ਰਹੇ ਤੇ ਸ਼ਾਮ ਨੂੰ ਪ੍ਰੋਡਿਊਸਰ ਰੈਮੰਡ ਚਾਹ ਡਿਨਰ ਮੀਟਿੰਗ ਲਈ ਚਲੇ ਗਏ ਤੇ ਬਰੂਸ ਲੀ ਵੀ ਸੌਣ ਲਈ ਆਪਣੇ ਬਿਸਤਰ ਤੇ ਚਲਾ ਗਿਆ। ਉਸ ਟਾਈਮ ਬਰੂਸ ਲੀ ਦੇ ਸਿਰ 'ਚ ਦਰਦ ਹੋਈ, ਜਿਹਦੀ ਵਜ੍ਹਾ ਤੋਂ ਬੈਟੀ ਟਿੰਗ ਨੇ ਉਹਨੂੰ ਆਮ ਸਰਦਰਦ ਦੀ ਗੋਲੀ ਦੇ ਦਿੱਤੀ, ਜਿਹਦਾ ਨਾਮ ਸੀ ਈਕੋਜਾਸਟ। ਸਵੇਰ ਜਦੋਂ ਬਰੂਸ ਲੀ ਨੂੰ ਨਾਸ਼ਤੇ ਲਈ ਉਠਾਇਆ ਗਿਆ ਤੇ ਬਰੂਸ ਲੀ ਨਹੀਂ ਉੱਠਿਆ। ਬਰੂਸ ਲੀ ਨੂੰ ਜਲਦ ਤੋਂ ਜਲਦ ਐਂਬੂਲੈਂਸ ਦੇ ਜ਼ਰੀਏ ਮਲਕਾ ਐਲਿਜ਼abeth ਹਸਪਤਾਲ ਵਿੱਚ ਮੁੰਤਕਿਲ ਕੀਤਾ ਗਿਆ ਤੇ ਉੱਥੇ ਡਾਕਟਰਾਂ ਨੇ ਦੱਸਿਆ ਕਿ ਬਰੂਸ ਲੀ ਕਦੋਂ ਦਾ ਹੀ ਮਰ ਗਿਆ ਹੈ। ਬਰੂਸ ਲੀ ਦੀ ਬੁੱਢੀ ਲਿੰਡਾ ਵਾਪਸ ਆਪਣੇ ਸ਼ਹਿਰ ਸਿਆਟਲ ਚਲੀ ਗਈ ਤੇ ਬਰੂਸ ਲੀ ਦੀ ਲਾਸ਼ ਨੂੰ ਸਿਆਟਲ ਲੇਕ ਵਿਊ ਵਿੱਚ ਦਫਨਾ ਦਿੱਤਾ। ਬਰੂਸ ਲੀ 32 ਸਾਲ ਦੀ ਉਮਰ 'ਚ ਅਮਰ ਹੋ ਗਿਆ।